ਮਾਂਝ ਮਹਲਾ ਤੀਜਾ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁਖ ਨਾ ਸੰਤਾਪੈ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁਖ ਨਾ ਸੰਤਾਪੇ। ਹਉ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਜੀਵੈ ਮਰੈ ਪਰਵਾਣ, ਆਰਜ਼ਾ ਨਾ ਛੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨ ਕਾਲ ਨ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁਖ ਕਦੇ ਨਾ ਲੱਗੈ ਸ਼ਰੀਰ, ਗੁਰਮੁਖ ਹਉ ਮੈਂ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਓਂਟਾਰੀਓ ਖਾਲਸਾ ਦਰਬਾਰ ਦੇ ਇਸ ਪਾਵਨ ਦੀਵਾਨ ਵਿੱਚ ਗੁਰੂ ਸ਼ਬਦ ਦੀ ਆਭਾ ਨੂੰ ਅਸੀਂ ਮਾਣ ਰਹੇ ਹਾਂ। ਵਡਭਾਗੀ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦੇ ਬਚਨ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਸੰਦੇਸ਼ ਸਾਨੂੰ ਪ੍ਰਾਪਤ ਹੈ। ਅਸ਼ਟਪਦੀਆਂ ਦੇ ਬਚਨ ਨੇ, ਲਮੇਰੇ ਸ਼ਬਦ ਨੇ। ਸੋ ਆਪ ਜੀ ਦੇ ਸਮਕਕਸ਼ ਇਸ ਸ਼ਬਦ ਦੇ ਸ਼ੁਰੂਆਤੀ 4 ਪਦੇ ਪੜ੍ਹੇ ਗਏ ਨੇ। ਵਿਚਾਰ ਦਾ ਆਗਾਜ਼ ਰਹਾਉ ਦੇ ਬੰਦ ਤੋਂ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ, ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਹਉ ਵਾਰੀ ਜਿਉ ਵਾਰੀ। ਗੁਰੂ ਅਮਰਦਾਸ ਸਾਹਿਬ ਆਪਣੇ ਤੇ ਬਾਤ ਟੁਕਾਉਂਦੇ, ਜਿਵੇਂ ਸਮੁੱਚੇ ਪਿਛਲੇ ਸ਼ਬਦਾਂ 'ਚ ਆਪਨੇ ਸੁਣਿਆ, ਕਿਹਾ ਜਾ ਰਿਹਾ ਹੈ ਕਿ ਮੈਂ ਆਪਣਾ ਆਪਾ ਕੁਰਬਾਨ ਕਰਦਾ ਹਾਂ, ਮੈਂ ਆਪਣੇ ਆਪੇ ਨੂੰ ਵਾਰਦਾ ਹਾਂ। ਪੰਜਾਬੀ ਜ਼ਬਾਨ ਵਿੱਚ, ਪੰਜਾਬੀ ਈਡੀਅਮ ਵਿੱਚ, ਜਿਹਨੂੰ ਅਸੀਂ ਮੁਹਾਵਰੇਦਾਰੀ ਕਹਿੰਦੇ ਆ, ਜਿਹਨੂੰ ਬਹੁਤ ਅਸੀਂ ਰਿਸਪੈਕਟ ਪੇ ਕਰਨੀ ਹੋਏ, ਉਹਦੇ ਤੋਂ ਅਸੀਂ ਕਹਿੰਦੇ ਆ, ਮੈਂ ਤੇਰੇ ਤੋਂ ਸਦਕੇ ਜਾਣਾ, ਮੈਂ ਤੇਰੇ ਤੋਂ ਵਾਰਨੇ ਜਾਣਾ, ਮੈਂ ਤੇਰੇ ਤੋਂ ਆਪਣਾ ਆਪਾ ਵਾਰਦਾ ਹਾਂ। ਗੁਰੂ ਅਮਰਦਾਸ ਸਾਹਿਬ ਕਹਿੰਦੇ, ਹਉ ਵਾਰੀ ਜਿਉ ਵਾਰੀ। ਕਿਹਨਾਂ ਤੋਂ? ਹਰ ਹਰ ਨਾਮ ਸੁਹਾਵਣਿਆ। ਸੁਹਾਵਣਿਆ ਜਿਨ੍ਹਾਂ ਦਾ ਜੀਵਨ ਸੁਹਾਵਣਾ ਹੈ, ਜਿਹੜੇ ਧਰਤੀ 'ਤੇ ਸੁੰਦਰਤਾ ਦੇ ਪ੍ਰਤੀਕ ਬਣ ਗਏ ਨੇ। ਸੁਹੱਪਣ ਹੈ ਜਿਨ੍ਹਾਂ ਦੇ ਕੋਲ। ਹੁਣ ਇਹ ਲਫ਼ਜ਼ ਸਿਰਫ ਇੱਕ ਤਰੀਕੇ ਦੇ ਨਾਲ ਅਲਫਾਜ਼ ਨਹੀਂ ਗਏ, ਲਫ਼ਜ਼ ਨਹੀਂ ਗਏ, ਇਹਦੇ ਪਿੱਛੇ ਪੂਰਾ ਭਾਵ ਆ। ਬਚਨ ਹੈ ਹਰ ਹਰ ਨਾਮ ਸੁਹਾਵਣਿਆ। ਸ਼ਕਲੋ ਸੂਰਤ ਕਰਕੇ ਨਹੀਂ, ਰੰਗ ਢੰਗ ਕਰਕੇ ਨਹੀਂ, ਪਾਣ ਖਾਣ ਤੇ ਰਹਿਣ ਸਹਿਣ ਦੇ ਇਕੱਲੇ ਲਹਿਜ਼ੇ ਨਾਲ ਨਹੀਂ, ਸਮੁੱਚੇ ਪਰਸੋਨਾ ਦੀ ਗੱਲ ਕੀਤੀ ਗਈ, ਜਿਹਦੇ ਵਿੱਚ ਨਾਮ ਦੀ ਆਭਾ ਆ, ਨਾਮ ਦੀ ਮਹਿਮਾ ਆ। ਹੁਣ ਆਪਾਂ ਅੱਜ ਦੇ ਸਮਾਜ 'ਚ ਹੀ ਲੈ ਲਈਏ, ਪੀਪਲ ਆਲਵੇਜ਼ ਟਾਕ ਲਾਈਕ ਦੈਟ ਕਿ ਜੇ ਤੁਸੀਂ ਕਿਸੇ ਬੁੱਕ ਖਰੀਦਣ ਜਾਂਦੇ ਹੋ ਕਿਤੇ, ਨੈਵਰ ਟਰਾਈ ਟੂ ਜੱਜ ਏ ਬੁੱਕ ਐਕਚੁਅਲੀ ਜਸਟ ਲੁਕਿੰਗ ਐਟ ਦਾ ਕਵਰ। ਤੁਸੀਂ ਸਿਰਫ ਉਹਦੇ ਕਵਰ ਪੇਜ ਨੂੰ ਦੇਖ ਕੇ ਉਹਨੂੰ ਜੱਜ ਨਹੀਂ ਕਰ ਸਕਦੇ। ਜਿਹੜੇ ਲੋਕ ਬਹਿਰੂਨੀ ਪੈਕਿੰਗ ਵੇਖ ਕੇ ਸਮਾਨ ਖਰੀਦਣ ਲੱਗ ਜਾਣ, ਡੈਫੀਨੇਟਲੀ ਉਹਨਾਂ ਦੇ ਕੋਲ ਕੁਆਲਿਟੀ ਵਾਲਾ ਸਮਾਨ ਨਹੀਂ ਹੋਏਗਾ। ਤੁਸੀਂ ਕੋਈ ਵੀ ਚੀਜ਼ ਲੈਣ ਜਾਂਦੇ ਹੋ, ਜਿਹੜੀ ਉਹਦੀ ਪੈਕਿੰਗ ਆ, ਉਹ ਸਾਰੀ ਨੂੰ ਇੱਕ ਪਾਸੇ ਰੱਖ ਦਿਓ, ਵਿੱਚੋਂ ਸਮਾਨ ਕੱਢ ਦਿਓ, ਹੈ ਕੀ ਹੈ। ਜਿਹੜੀ ਬੰਦੇ ਦੀ ਫਿਜ਼ੀਕਲ ਅਪੀਅਰੈਂਸ ਆ,
ਇਹਦੀ ਵੈਲਿਊ ਸਿਰਫ ਇੰਨੀ ਕੀ ਹੈ ਕਿ ਇਹ ਬਹਿਰੂਨਰੀ ਰੂਪ ਦੇ ਵਿੱਚ ਕੋਈ ਦੇਖਣ ਦੇ ਵਿੱਚ ਕਿਸੇ ਦੀਆਂ ਅੱਖਾਂ ਨੂੰ ਜ਼ਿਆਦਾ ਚੰਗੀ ਲੱਗਦੀ, ਕਿਸੇ ਦੀਆਂ ਅੱਖਾਂ ਨੂੰ ਘੱਟ ਚੰਗੀ ਲੱਗਦੀ। ਗੱਲ ਸੂਰਤ ਦੀ ਨਹੀਂ, ਗੱਲ ਸੀਰਤ ਦੀ ਹੈ। ਬੰਦੇ ਦੀ ਜਿਹੜੀ ਆਲ ਓਵਰ ਪਰਸੋਨਾ, ਜੇ ਆਲ ਓਵਰ ਉਹਦੀ ਸ਼ਖਸੀਅਤ ਆ, ਉਹ ਕਿੱਥੇ ਖੜੀ ਹੈ। ਆਪਾਂ ਗੁਰਬਾਣੀ 'ਚ ਆ ਜਾਈਏ, ਗੁਰੂ ਮਹਾਰਾਜ ਜੀ ਦੇ ਬਹੁਤ ਕਲੀਅਰ ਬਚਨ ਨੇ। ਮਹਾਰਾਜ ਕਹਿੰਦੇ, ਮਨਹੁ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਧੇ ਉਂਧ ਹੈ ਕਮਲ ਦਿਸਨ ਖਰੇ ਕਰੂਪ। ਕਰੂਪ ਦੀ ਵਿਆਖਿਆ ਕੀਤੀ। ਕਰੂਪ ਕੌਣ ਹੁੰਦਾ? ਸਮਟਾਈਮ ਵੀ ਸੇ ਉਹ ਇਹਦੀ ਸ਼ਕਲ ਨਹੀਂ ਚੰਗੀ, ਇਹਦੀ ਸੂਰਤ ਨਹੀਂ ਚੰਗੀ, ਇਹਦੇ ਅਕਸ਼ ਨਕਸ਼ ਨਹੀਂ ਚੰਗੇ ਹੈਗੇ। ਬਾਬਾ ਜੀ ਨੇ ਸਾਰੇ ਤੋਂ ਸਾਨੂੰ ਬਾਹਰ ਕੱਢਿਆ ਤੇ ਕਿਹਾ ਮਨੁੱਖ ਦੀ ਪਹਿਚਾਨ ਇੱਕ ਹੈ। ਕੀ ਹੈ ਮਹਾਰਾਜ? ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਮਨੁੱਖ ਇੱਕ ਰੂਪ 'ਚ ਜਾਤਾ ਜਾਣਾ ਚਾਹੀਦਾ ਹੈ। ਉਹ ਕਿਹੜਾ ਰੂਪ ਹੈ ਬਾਬਾ ਜੀ ਜਿਹਦੇ 'ਚ ਮਨੁੱਖ ਜਾਤਾ ਜਾਣਾ ਚਾਹੀਦਾ ਹੈ? ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੀਏ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬੰਦੇ ਦੀ ਪਹਿਚਾਨ ਕੀ ਹੈ? ਜਾਤ ਮਹਿ ਜੋਤ, ਜੋਤ ਮਹਿ ਜਾਤਾ। ਬੰਦੇ ਦੀ ਪਹਿਚਾਨ, ਬੰਦਾ ਜਾਤਾ ਇਸੇ ਕਰਕੇ ਜਾਣਾ ਚਾਹੀਦਾ ਹੈ ਕਿ ਇਹਦੇ 'ਚ ਰੱਬ ਦੀ ਜੋਤ ਹੈ। ਬਸ ਅਸੀਂ ਸਾਰੇ ਇੱਕੋ ਹੀ ਜੋਤ ਕੈਰੀ ਕਰਦੇ ਹਾਂ। ਲਿਟਰਲੀ ਤੌਰ ਤੇ ਬਾਣੀ ਦੇ ਬਚਨ ਨੇ, ਏਕ ਪਿਤਾ ਏਕ ਸਕੇ ਹਮ ਬਾਰਿਕ। ਸਾਨੂੰ ਸਿਰਜਣਹਾਰ ਇੱਕ ਹੈ। ਕਈ ਵਾਰ ਹੁੰਦਾ ਜਿਵੇਂ ਬੱਚੇ ਨਹੀਂ ਵੱਖਰੇ ਵੱਖਰੇ ਜਿਹਨਾਂ ਨੂੰ ਕਹਿ ਲਓ ਕਿ ਇੱਕ ਕਲੈਨਸ ਜਾਂ ਗੈਂਗਸ ਬਣਾ ਕੇ ਖੇਡਦੇ ਕਿ ਇਹ ਜਿਹੜੀ ਹੈਗੀ ਹੈ ਮੇਰੀ ਪਾਰਟੀ ਹੈ ਤੇ ਤੇਰੀ ਪਾਰਟੀ ਹੈ, ਤੇ ਮੇਰੀ ਪਾਰਟੀ ਵੱਡੀ ਹੈ ਤੇ ਤੇਰੀ ਪਾਰਟੀ ਛੋਟੀ ਹੈ। ਇਸ ਕਿਸਮ ਦੇ ਨਾਲ ਆਰਗੇਨਾਈਜ਼ ਰਿਲੀਜੀਅਸ ਸਕੂਲਸ ਨੂੰ ਕਈ ਵਾਰ ਵੇਖੀਏ ਨਾ, ਜਦੋਂ ਖਾਸ ਕਰਕੇ ਗੁਰਬਾਣੀ ਦੀ ਰੌਸ਼ਨੀ 'ਚ, ਫਿਰ ਪਤਾ ਲੱਗਦਾ ਬਾਬਾ ਜੀ ਕੀ ਬਿਆਨ ਕਰ ਰਹੇ ਸਨ। ਇੱਥੇ ਲੋਕ ਕਹਿੰਦੇ ਇਟਸ ਮਾਈ ਗॉड ਹੂ ਇਜ਼ ਯੂਅਰ ਗॉड, ਮਾਈ ਗॉड ਇਜ਼ ਬਿਗਰ ਦੈਨ ਯੂਅਰ ਗॉड। ਇੱਥੇ ਗੱਲਾਂ ਹੁੰਦੀਆਂ। ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਕਹਿੰਦੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੂੰ ਹੀ ਪਿਤਾ ਆ ਸਾਡਾ, ਤੇ ਕੱਲਾ ਮੇਰਾ ਨਹੀਂਗਾ, ਸਭ ਦਾ ਹੀ ਹੈ, ਸਾਂਝਾ ਆ। ਸੋ ਇਸ ਰੂਪ ਵਿੱਚ ਜਿਹੜੀ ਹੈ ਪਹਿਚਾਨ ਕੀਤੀ ਗਈ। ਬਾਕੀ ਗੱਲ ਰਹਿ ਗਈ ਕਿ ਕੌਣ ਚੰਗਾ ਕੌਣ ਮਾੜਾ, ਮਨੁੱਖ ਕੌਣ ਹੁੰਦਾ ਜੱਜ ਕਰਨ ਵਾਲਾ ਕਿਸੇ ਨੂੰ। ਪਰ ਬਾਬਾ ਜੀ ਨੇ ਕਿਹਾ ਇੱਕ ਹਾਇਰ ਲੈਵਲ ਦਾ ਕ੍ਰਾਈਟੀਰੀਆ ਆਇਆ। ਆਪ ਦੇਖੋਗੇ ਅਸੀਂ ਬਾਜ਼ਾਰ ਵਿੱਚੋਂ ਖਰੀਦਦਾਰੀ ਕਰਨ ਜਾਂਦੇ ਹਾਂ, ਕੁਝ ਚੀਜ਼ਾਂ ਦੇ ਗਾਹਕ ਬਣਦੇ ਹਾਂ। ਅਸੀਂ ਜਦੋਂ ਗਾਹਕ ਬਣਦੇ ਹਾਂ ਤਾਂ ਅਸੀਂ ਕਿਸੇ ਯੂਨੀਵਰਸਲ ਕ੍ਰਾਈਟੀਰੀਆ 'ਚੋਂ ਲੰਘਦੇ ਹਾਂ ਕਿ ਭਾਈ ਇੱਥੇ ਜਿੰਨੀ ਕੁ ਮੈਂ ਮਨੀ ਸਪੈਂਡ ਕਰ ਰਿਹਾ, ਇਜ਼ ਇਟ ਵਰਥ ਟੂ ਸਪੈਂਡ ਔਨ ਥੀਸ ਪ੍ਰੋਡਕਟਸ, ਆਰ ਦੇ ਗੋਨਾ ਐਕਚੁਅਲੀ ਗਿਵ ਮੀ ਦੈਟ ਲੈਵਲ ਆਫ ਵੈਲਿਊ ਆਫ ਮਾਈ ਮਨੀ। ਠੀਕ ਹੈ, ਦੇਣਗੇ ਭਾਈ, ਮੈਂ ਇੱਥੇ ਸਪੈਂਡ ਕਰ ਦੇਣਾ। ਇਹ ਕ੍ਰਾਈਟੀਰੀਆ ਹੁੰਦਾ ਬੰਦੇ ਦਾ। ਜਦੋਂ ਸਮਾਜ ਵਿੱਚ ਵਿਚਰਨਾ ਵੀ ਹੈ, ਉਹਦੇ ਵਾਸਤੇ ਵੀ ਕਿਹੜੀ ਚੀਜ਼ ਹੈ ਜਿਹੜੀ, ਜਾਂ ਕਿਹੜਾ ਮਨੁੱਖੀ ਕਿਰਦਾਰੀਅਤ ਆ ਜਿਹੜੀ ਸ਼ੋਭ ਨਹੀਂ ਕਰੇ ਆਪਣੇ ਆਪ ਨੂੰ ਵੀ, ਤੇ ਜਿਹਦੇ ਨਾਲ ਜੁੜ ਕੇ ਮੈਂ ਵੀ ਸ਼ੋਭ ਨਹੀਂ ਖੋਵਾਂ। ਬਾਬਾ ਜੀ ਨੇ ਬਿਆਨ ਕੀਤਾ, ਪਹਿਲਾਂ ਕਰੂਪ ਦੀ ਪਹਿਚਾਨ ਸੁਣ। ਮਨਹੁ ਜੇ ਅੰਧੇ ਕੂਪ, ਜਿਹੜੇ ਮਨੋ ਕਰੂਪ ਨੇ। ਮਨੋ ਕਰੂਪ ਹੋਣਾ, ਕਈ ਵਾਰੀ ਆਮ ਲਿਟਰਲੀ ਭਾਸ਼ਾ 'ਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫਲਾਣਾ ਬੰਦਾ, ਹਾਂ ਉਹ ਬੜਾ ਪਿਆਰਾ ਬੜਾ ਵਧੀਆ। ਉਹ ਕਹਿੰਦੇ ਨਹੀਂ ਨਹੀਂ ਭਾਈ, ਤੂੰ ਉਹਦੀ ਸ਼ਕਲ ਸੂਰਤ ਜਾਂ ਗੱਲਾਂ ਬਾਤਾਂ ਤੇ ਨਾ ਜਾਈ, ਉਹਦੀ ਨੀਅਤ ਬੜੀ ਬਦਨੀਅਤ ਹੀ, ਬੜਾ ਨੀਅਤ ਦਾ ਮਾੜਾ। ਮਤਲਬ ਮਨ ਦਾ ਕਰੂਪ ਹੈ। ਇਹੋ ਜਿਹੇ ਮਨ ਦੇ ਕਰੂਪ ਜਦੋਂ ਵਰਤਦੇ, ਜਦੋਂ ਵਿਹਾਰ ਕਰਦੇ ਅਸੀਂ, ਉਹਨਾਂ ਦੇ ਅੰਦਰ ਦੀ ਗੰਦਗੀ, ਉਹਨਾਂ ਦੇ ਅੰਦਰ ਦੀ ਜਿਹੜੀ ਬਦਸੂਰਤੀ ਹੈ, ਉਹ ਇਜ਼ਹਾਰ ਵਿੱਚ ਆਉਂਦੀ। ਗੁਰੂ ਬਾਬਾ ਜੀ ਕਹਿੰਦੇ ਮਨਹੁ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ। ਬਿਰਧ ਵੈਸੇ ਸੁਭਾਅ ਨੂੰ ਕਿਹਾ ਜਾਂਦਾ, ਪਰ ਇੱਥੇ ਮਤਲਬ ਹੈ ਬਜ਼ੁਰਗੀ, ਸਿਆਣਪ। ਸਿਆਣੇ ਬੰਦੇ ਦੀ ਪਹਿਚਾਨ ਇਹ ਹੁੰਦੀ ਹੈ, ਉਹ ਵਡੇਰਿਆਂ ਦੇ ਚੰਗੇਰਿਆਂ ਦੇ ਬੋਲਾਂ ਨੂੰ ਸੁਣਦਾ ਹੈ ਤੇ ਸੁਣ ਕੇ ਉਹਨਾਂ ਨੂੰ ਫੋਲੋ ਕਰਦਾ ਹੈ। ਬੀਇੰਗ ਏ ਸਿੱਖ, ਇਹ ਸਾਰਾ ਸ਼ਬਦ ਗੁਰਮੁਖ ਤੇ ਖੜਾ ਹੈ। ਗੁਰਮੁਖ ਹੋਣਾ ਸਾਡੇ ਵਾਸਤੇ ਲਾਜ਼ਮੀ ਹੈ, ਕਿਉਂਕਿ ਸਾਡੇ ਕੋਲ ਗੁਰੂ ਹੈ, ਸਾਨੂੰ ਗੁਰੂ ਨੇ ਗੁਰੂ ਵਾਲੇ ਰਾਹ ਤੇ ਪਾਇਆ ਹੈ। ਤੇ ਫਿਰ ਸਾਨੂੰ ਬੋਲ ਕਿਹਦੇ ਮੰਨਣੇ ਸੁਣਨੇ ਚਾਹੀਦੇ ਨੇ? ਗੁਰੂ ਦੇ। ਜੇ ਗੁਰੂ ਦੇ ਬੋਲ ਹੀ ਨਾ ਕੋਈ ਸੁਣੇਗਾ, ਗੁਰੂ ਦੇ ਬਚਨ ਹੀ ਨਹੀਂ ਸੁਣੇਗਾ, ਗੁਰੂ ਦੇ ਬਚਨਾਂ ਤੇ ਪਹਿਰਾ ਨਹੀਂ ਦੇਏਗਾ, ਭਾਈ ਫਿਰ ਉਹਨੂੰ ਕੀ ਕਵਾਂਗੇ? ਬਾਬਾ ਜੀ ਕਹਿੰਦੇ ਕਰੂਪ, ਕਿਉਂਕਿ ਬਿਰਧ ਨਹੀਂ ਜਾਣਦਾ। ਕਿਉਂਕਿ ਜਿਹੜਾ ਚੰਗੇਰੇ, ਜਿਨ੍ਹਾਂ ਦੇ ਸੁਭਾਅ ਨੇ, ਜਿਨ੍ਹਾਂ ਦੇ ਕੋਲ ਚੰਗੇਰੀਆਂ ਖਾਸੀਅਤਾਂ ਨੇ, ਉਹਨਾਂ ਦਾ ਉਹ ਡਿਸਾਈਪਲ ਨਹੀਂ ਬਣ ਪਾ ਰਿਹਾ। ਉਹ ਮਨਮੁਖ ਹੈ,
ਕਿਤੇ ਮਨ ਦੇ ਅਡਬਗਪੁਣੇ 'ਚ ਆ ਰਿਹਾ ਜਾਂ ਕਿਤੇ ਗਲਤ ਇਨਫਲੂਐਂਸ ਦੇ ਮਗਰ ਜਾ ਰਿਹਾ ਹੈਗਾ। ਸੋ ਇਹੋ ਜਿਹੀ ਕਰੂਪਤਾ ਤੋਂ ਬਚਣਾ ਹੈ। ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਧੇ ਊਂਧ ਹੈ ਕੰਵਲ। ਊਂਧ ਹੈ ਕੰਵਲ, ਜਿਵੇਂ ਕੌਲ ਦਾ ਫੁੱਲ ਪੁੱਠਾ ਪਿਆ ਹੋਇਆ ਇਸ ਰੂਪ ਦੇ ਵਿੱਚ। ਕੌਲ ਦਾ ਫੁੱਲ ਖਿੜਿਆ ਹੀ ਸੋਹਣਾ ਲੱਗਦਾ ਹੈ, ਜੇ ਕਿਤੇ ਉਹ ਪੁੱਠਾ ਪੈ ਜਾਏ ਇਸ ਰੂਪ 'ਚ ਉਹ ਗਲ ਜਾਏਗਾ। ਹਾਲਾਂਕਿ ਕੌਲ ਪਾਣੀ ਵਿੱਚ ਹੁੰਦਾ ਹੈ ਅਤੇ ਪਾਣੀ ਦੇ ਵਿੱਚੋਂ ਨਿਰਲੇਪ ਹੋ ਜਾਂਦਾ ਹੈ, ਪਰ ਉਦੋਂ ਜਦੋਂ ਸਿੱਧਾ ਆ, ਜਦੋਂ ਪੁੱਠਾ ਹੋ ਗਿਆ ਫਿਰ ਉਹ ਪਾਣੀ 'ਚੋਂ ਵੀ ਗਲ ਜਾਂਦਾ ਹੈ। ਸੋ ਇਹ ਹੈ ਊਂਧ ਹੈ ਕੰਵਲ ਦਿਸਨ ਖਰੇ ਕਰੂਪ। ਫਿਰ ਇਹੋ ਜਿਹੇ ਲੋਕ, ਭਾਵੇਂ ਅਸੀਂ ਆਪ ਹਾਂ ਅਤੇ ਭਾਵੇਂ ਸਾਡੇ ਆਲੇ ਦੁਆਲੇ ਨੇ, ਫਿਰ ਉਹ ਖੜੇ ਕਰੂਪ ਲੱਗਦੇ, ਉਹਨਾਂ ਦੇ ਵਿੱਚ ਕੋਈ ਸੁਹੱਪਣ ਦੀ ਬਾਤ ਨਾ ਹੁੰਦੀ। ਹੁਣ ਮਹਾਰਾਜ ਨੇ ਸੁਹੱਪਣ ਦੀ ਖੂਬਸੂਰਤੀ ਦੀ ਬਾਤ ਕੀਤੀ। ਕਿਹਾ ਇੱਕ ਤਾਂ ਪਹਿਚਾਨ ਦੇ ਵਿੱਚ ਇਸ ਕਿਸਮ ਦੇ ਲੋਕ ਆਉਂਦੇ ਕਿ ਊਂਧ ਹੈ ਕਵਲ ਦਿਸਨ ਖਰੇ ਕਰੂਪ, ਇੱਕ ਕਹਿ ਜਾਣਨ ਕਹਿਆ ਬੂਝਣ ਤੇਨੜ ਸੁਗਰ ਸਰੂਪ। ਕੁਝ ਲੋਕ ਕਹੇ ਨੂੰ ਜਾਣਦੇ, ਜਾਣ ਕੇ ਉਹਨੂੰ ਬੁੱਝਦੇ। ਕਹੇ ਨੂੰ ਜਾਣਨਾ, ਹੁਣ ਜੇ ਕੁਝ ਗੁਰੂ ਕਹਿੰਦਾ, ਗੁਰੂ ਵਰਸਾਈਏ ਸਾਨੂੰ ਰੂਹਾਂ ਬਿਆਨ ਕਰਦੀਆਂ, ਬੰਦਾ ਉਹਨਾਂ ਦਾ ਫੋਲੋਵਰ ਹੋ ਜਾਂਦਾ। ਉਹਨਾਂ ਨੂੰ ਜੀਵਨ ਦੇ ਵਿੱਚ ਉਕੇਰਨ ਵਾਸਤੇ ਉਸ ਰਹੱਸ ਨੂੰ ਬੁੱਝਦਾ, ਜਾਣਦਾ। ਕਹਿ ਜਾਣਨ ਕਹਿਆ ਬੂਝਣ ਤੇਨੜ ਸੁਗੜ ਸਰੂਪ। ਉਹ ਸੁਗੜ ਵੀ ਨੇ, ਸਿਆਣੇ ਵੀ ਨੇ ਤੇ ਸਰੂਪ ਵੀ ਨੇ, ਸੋਹਣੇ ਵੀ ਨੇ। ਹੋਰ ਬਾਣੀ 'ਚ ਪੜ੍ਹੀਏ, ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਸੇਈ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ। ਕੌਣ ਸੋਹਣੇ ਨੇ? ਜਿਵੇਂ ਤੁਸੀਂ ਬੈਠੇ ਹੋ ਇੱਥੇ, ਇਹ ਹੈ ਸੰਗਤ 'ਚ ਬਹਿਣ ਵਾਲੇ ਸੋਹਣੇ ਨੇ। ਜਿਨ੍ਹਾਂ ਨੂੰ ਚੰਗੀ ਸੰਗਤ ਮਿਲ ਜਾਏ, ਜਿਹੜੇ ਸ਼ਬਦ ਦੀ ਸੰਗਤ 'ਚ ਆ ਗਏ, ਆਪਾ ਸਧਾਰਨ ਵਾਲੀ ਸੰਗਤ ਵਾਲੇ ਪਾਸੇ ਤੁਰ ਪਏ, ਉਹੀ ਚੰਗੇਰੇ ਨੇ, ਉਹੀ ਵਡਿਆਉਣ ਗੋਚਰੇ ਨੇ, ਉਹੀ ਸ਼ੋਭਨੀਕ ਨੇ। ਇਹੋ ਜਿਹੇ ਸੁਹਾਵਣਿਆਂ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਆਪਣਾ ਆਪਾ ਵਾਰਦਾ ਉਹਨਾਂ 'ਤੇ। ਬਚਨ ਹੈ ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਕਿਉਂਕਿ ਉਹਨਾਂ ਦਾ ਜੀਵਨ ਨਾਮ ਦੇ ਸਦਕਾ ਸੁਹਾਵਣਾ ਹੋ ਗਿਆ, ਖੂਬਸੂਰਤ ਹੋ ਗਿਆ, ਉਹ ਤਾਰੀਫ ਦੇ ਕਾਬਲ ਹੋ ਗਿਆ। ਅਗਲਾ ਬਚਨ ਹੈ ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ। ਗਾਉਣਾ ਅਤੇ ਨੱਚਣਾ, ਇਸ ਤਰੀਕੇ ਨਾਲ ਜਾਣੀਏ ਕਿ ਸਮਾਜਾਂ ਦੇ ਉਥਾਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਜਿਵੇਂ ਅੱਜ ਅਸੀਂ ਕੈਨੇਡੀਅਨ ਐਨਵਾਇਰਮੈਂਟ 'ਚ ਰਹਿ ਰਹੇ ਹਾਂ, ਡੈਮੋਕ੍ਰੇਸੀ ਹੈ, ਰੀਅਲ ਮੀਨਿੰਗ ਇਸ ਡੈਮੋਕ੍ਰੇਸੀ ਹੈ, ਨੋ ਡਾਊਟ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰਸਨ ਵਿਦ ਟੋਟਲੀ ਡਿਫਰੈਂਟ ਡੈਮੋਗ੍ਰਾਫਿਕਸ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਲਈ ਰਨ ਕਰ ਰਿਹਾ, ਛੋਟੀ ਗੱਲ ਨਹੀਂ ਹੈ। ਇਹੀ ਗਲੋਰੀ ਹੈ ਸਿਸਟਮ ਦੀ। ਆਉਂਦੇ ਕੱਲ੍ਹ ਵੋਟਾਂ ਦਾ ਦੇਣਾ, ਬੜੀ ਵੱਡੀ ਰਿਸਪੋਂਸੀਬਿਲਿਟੀ ਸਾਡੀ ਵੀ, ਅਸੀਂ ਵੀ ਬੜੀ ਜ਼ਿੰਮੇਵਾਰੀ ਨਾਲ ਆਪਣਾ ਪਾਰਟੀਸਪੇਸ਼ਨ ਪਾਉਣਾ ਉਹਦੇ ਵਿੱਚ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਇਸ ਸਾਰੇ ਸਿਸਟਮ ਨੂੰ ਦੇਖਦੇ ਹਾਂ ਅਤੇ ਇਹਦੇ ਵਿੱਚ ਆਪ ਦੇਖੋਗੇ ਸਾਡੀਆਂ ਜਿਹੜੀਆਂ ਬੇਸਿਕਸ ਨੀਡਸ ਨੇ, ਅਸੀਂ ਉਹਨਾਂ ਦੇ ਉੱਤੇ ਕਈ ਵਾਰੀ ਫੋਕਸ ਨਹੀਂ ਕਰਦੇ। ਮੈਂ ਵੱਡੇ ਲੈਵਲ 'ਤੇ ਇੱਥੇ ਯੂਥ ਰਿਲੇਟਡ ਪ੍ਰੋਗਰਾਮਸ ਵਿੱਚ ਕੰਮ ਵੀ ਕੀਤਾ ਹੈ। ਯੰਗ ਅਫੈਂਡਰਸ ਦੇ ਨਾਲ ਮੈਂ ਕੰਮ ਕੀਤਾ ਹੈ, ਜਿਹੜੇ ਖਾਸ ਕਰਕੇ ਯੰਗਸਟਰ ਸਾਡੇ ਜੇਲ੍ਹਾਂ ਵਗੈਰਾ ਚਲੇ ਜਾਂਦੇ, CSC ਕਰੈਕਸ਼ਨਲ ਸਰਵਿਸਿਜ਼ ਦੇ ਨਾਲ ਅਜੇ ਵੀ ਕਰਦਾ। ਬੀਇੰਗ ਏ ਕਾਉਂਸਲਰ, ਮੈਨੂੰ ਬਹੁਤ ਵੱਡੇ ਲੈਵਲ 'ਤੇ ਇਹਨਾਂ ਚੀਜ਼ਾਂ ਦਾ ਤਜਰਬਾ ਵੀ ਹੋਇਆ। ਜਿਵੇਂ ਸਾਡੀ ਸਮਾਜ ਦੀ ਲੋੜ ਆ, ਯੰਗ ਬੱਚੇ ਬੱਚੀਆਂ ਐਨਰਜੀ ਨੇ, ਸੁਧੀ ਐਨਰਜੀ। ਉਸ ਐਨਰਜੀ ਨੂੰ ਜੇ ਤੁਸੀਂ ਪ੍ਰੋਪਰਲੀ ਚੈਨਲਾਈਜ਼ ਨਹੀਂ ਕਰੋਗੇ, ਯੂਜ਼ ਨਹੀਂ ਕਰੋਗੇ, ਯੂਟੀਲਾਈਜ਼ ਨਹੀਂ ਕਰੋਗੇ, ਹੋਏਗਾ ਕਿ ਉਹ ਟਰਬਲ ਕ੍ਰੀਏਟ ਕਰੇਗੀ। ਅੱਜ ਅਸੀਂ ਕਿਸੇ ਲੈਵਲ 'ਤੇ ਨਹੀਂ ਸੋਚ ਰਹੇ। ਸਾਨੂੰ ਲੱਗਦਾ ਆ ਮਤਲਬ ਪੀਪਲ ਵਿਦ ਕਲਰ, ਸਪੈਸ਼ਲੀ ਵਿਦ ਬਰਾਊਨ ਕਲਰ, ਉਹ ਹੁੰਦਾ ਕਿ ਬਸ ਬੱਚੇ ਨੂੰ ਪੜ੍ਹਾ ਲਓ ਛੇਤੀ ਛੇਤੀ, ਬਸ ਪੜ੍ਹਾਈ 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 ਜ਼ੋਰ ਲਾ ਦਿਓ ਇੱਥੇ। ਚਲੋ ਜੇ ਕਿਸੇ ਤਰੀਕੇ ਨਾਲ ਪੜ੍ਹ ਗਿਆ ਤਾਂ ਚੰਗੀ ਗੱਲ ਆ, ਅਤੇ ਮਾਫੀ ਮੰਗਾਂਗਾ। ਮੈਂ ਪੜ੍ਹੇ ਹੋਏ ਬੱਚੇ ਵੀ ਦੇਖੇ, ਤੁਸੀਂ ਵੀ ਦੇਖੇ ਹੋਣਗੇ, ਬੜੇ ਬੜੇ ਅਹੁਦਿਆਂ 'ਤੇ ਪਹੁੰਚ ਕੇ ਵੀ ਮੁੜ ਕੇ ਹਿਡਨ ਜਿਹੜੀਆਂ ਉਹਨਾਂ ਦੀਆਂ ਵੀਕਨੈਸਿਸ, ਐਰਰ ਸੀਗੇ, ਉਹ ਸਾਹਮਣੇ ਆਏ। ਕਿਤੇ ਕੋਈ ਗੈਂਬਲਿੰਗ ਕਰ ਰਿਹਾ ਹੈ, ਕਿਤੇ ਕੁਛ ਕਰ ਰਿਹਾ, ਅਸੀਂ ਸਾਰਿਆਂ ਦੇਖਿਆ। ਇਸ ਤਰੀਕੇ ਨਾਲ ਇਹਦੇ ਪਿੱਛੇ ਦੇਖੀਏ ਤਾਂ ਕਾਰਨ ਇਹ ਹੈ ਕਿ ਜਿਹੜੀਆਂ ਦਬੀਆਂ ਹੋਈਆਂ ਖਾਹਿਸ਼ਾਂ ਸੀਗੀਆਂ, ਉਹਨਾਂ ਨੂੰ ਸਮੇਂ ਦੇ ਨਾਲ
ਕਿਸੇ ਨੇ ਮਿਸਟੇਕ ਕਰਨ ਨਹੀਂ ਦਿੱਤਾ ਉਹਨਾਂ ਨੂੰ। ਜੋ ਥੋੜ੍ਹੀ ਬਹੁਤੀ ਗਲਤੀ ਕਰਦੇ ਉਹਦੇ ਕੌਨਸੀਕੁਐਂਸਿਸ ਵੇਖਦੇ, ਹੋ ਸਕਦਾ ਬਚ ਜਾਂਦੇ। ਅੱਜ ਉਸ ਲੈਵਲ 'ਤੇ ਐਮਬੈਰਸਮੈਂਟ ਨਾ ਮਹਿਸੂਸ ਹੁੰਦੀ ਉਹਨਾਂ ਨੂੰ। ਸੋ ਇਹ ਚੀਜ਼ਾਂ ਸਮਾਜ ਦੇ ਵਿੱਚ ਇਹੋ ਜਿਹਾ ਰੂਮ ਹੋਵੇ। ਸਭ ਤੋਂ ਵੱਡੀ ਗੱਲ ਇਹ ਹੈ, ਬੱਚਿਆਂ ਨੂੰ ਜਿਹੜੀਆਂ ਰਿਕ੍ਰੀਏਸ਼ਨਲ ਐਕਟੀਵਿਟੀਜ਼ ਨੇ, ਜਿਹਦੇ ਬਾਬਤ ਸਾਡੇ ਸਮਾਜ ਵਿੱਚ, ਮਾਫੀ ਚਾਹਾਂਗਾ, ਬੜੇ ਬੜੇ ਸਿਆਣੇ ਮਾਪੇ ਨੇ, ਮੈਂ ਤੇ ਕੁਝ ਵੀ ਨਹੀਂ, ਪਰ ਇੱਕ ਵੱਡੇ ਹਿੱਸੇ ਨੂੰ ਕੋਈ ਅਵੇਅਰਨੈਸ ਨਹੀਂ ਇਹਦੇ ਬਾਰੇ ਕਿ ਜੇਕਰ ਬੱਚਿਆਂ ਦੀ ਇਸ એનર્ਜੀ ਨੂੰ ਤੁਸੀਂ ਸਹੀ ਤਰੀਕੇ ਨਾਲ ਯੂਟਿਲਾਈਜ਼ ਨਹੀਂ ਕਰੋਗੇ, ਟਾਈਮ ਨਹੀਂ ਦਿਓਗੇ, ਉਹਨਾਂ ਨੂੰ ਇਸ ਤਰੀਕੇ ਦੀਆਂ ਐਕਟੀਵਿਟੀਜ਼ ਪਾਰਟਿਸਿਪੇਟ ਨਹੀਂ ਕਰਾਓਗੇ, ਉਹ એનર્ਜੀ ਕਿਤੇ ਗਲਤ ਪਾਸੇ ਨੂੰ ਚਲੀ ਜਾਏਗੀ। ਹੁਣ ਇਸ ਬਾਬਤ ਕੱਲਾ ਦੁਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਇਹ 'ਚ ਕਮਿਊਨਿਟੀ ਦੀ ਅਪਰੋਚ ਹੁੰਦੀ ਹੈ, ਇਹਦੇ 'ਚ ਗਵਰਨਮੈਂਟਸ ਦੀ ਅਪਰੋਚ ਹੁੰਦੀ ਹੈ। ਹੁਣ ਇੱਥੇ ਗਵਰਨਮੈਂਟ ਦੀ ਗੱਲ ਕੀਤੀ ਜਾਏ, ਇਹਨਾਂ ਚੀਜ਼ਾਂ ਦੇ ਉੱਤੇ ਬਾਤ ਕੀਤੀ ਜਾਏ, ਤੇ ਫਿਰ ਪਤਾ ਲੱਗਦਾ ਹੈ, ਜਿਵੇਂ ਸਪੋਜ਼ ਪਿਛਲੇ ਚਾਈਲਡ ਕੇਅਰ ਦੀ ਗੱਲ ਹੋ ਰਹੀ ਸੀ, ਤੇ ਮੇਰੇ ਬਹੁਤ ਸਾਰੇ ਜਾਣਨ ਵਾਲਿਆਂ ਨਾਲ ਗੱਲ ਹੋਈ, ਤੇ ਉਹ ਸੱਜਣ ਕਹਿੰਦੇ ਲਈ ਸਾਨੂੰ ਤੇ ਪ੍ਰਭਾਵ ਹੀ ਕੋਈ ਨਹੀਂ ਜੀ, ਸਾਡੇ ਕੋਲ ਤੇ ਬਜ਼ੁਰਗ ਹੈਗੇ ਨੇ ਆਪਣੇ, ਤੇ ਬੱਚਿਆਂ ਦੀ ਕੇਅਰ ਕਰਦੇ ਨੇ, ਸਾਡੇ ਲਈ ਚਾਈਲਡ ਕੇਅਰ ਫ੍ਰੀ ਵੀ ਕਰ ਦੇਣ ਤੇ ਭਾਵੇਂ ਉਹ $1000 ਨੂੰ ਘੰਟਾ ਕਰ ਦੇਣ, ਕੀ ਫਰਕ ਪਏਗਾ? ਭਈ ਗੱਲ ਇਹ ਹੈ, ਇੱਕ ਡੀਪ ਲੈਵਲ 'ਤੇ ਸੋਚਿਆ ਜਾਏ, ਹਰ ਚੀਜ਼ ਦਾ ਪ੍ਰਭਾਵ ਸਾਰਿਆਂ 'ਤੇ ਪੈਂਦਾ ਆ। ਹੁਣ ਜਿਹੜੀ ਗੱਲ ਮੌਲਿਕ ਰੂਪ ਵਿੱਚ ਮੈਂ ਕਰ ਰਿਹਾ ਸੀਗਾ, ਉਹ ਹੈ ਕਿ ਰਿਕ੍ਰੀਏਸ਼ਨਲ ਐਕਟੀਵਿਟੀਜ਼ ਦੇ ਵਿੱਚ, ਇਹਦੇ ਅੰਦਰ ਬੱਚਿਆਂ ਨੂੰ ਨੱਚਣ, ਟੱਪਣ, ਹੱਸਣ, ਖਾਣ ਪੀਣ, ਮਾਲਣ, ਇਹਦੇ ਵਿੱਚ ਲਾਉਣਾ ਮੀਨਿੰਗਫੁਲ ਵੇ ਦੇ ਨਾਲ, ਤਾਂ ਕਿ ਉਹਨਾਂ ਦਾ ਜੀਵਨ ਦੀ ਉਸਾਰੀ ਦੇ ਵਿੱਚ ਓਵਰਆਲ ਪਰਸਨੈਲਿਟੀ ਉਸਰਨ। ਕਿਉਂਕਿ ਸੁਹੱਪਣ ਦੀ ਗੱਲ ਹੋ ਰਹੀ, ਸੁਹੱਪਣ ਬ੍ਰਾਂਡਡ ਕੱਪੜੇ ਪਾ ਕੇ ਥੋੜ੍ਹਾ ਆ ਜਾਏਗਾ। ਸੁਹੱਪਣ ਸਿਰਫ ਇੱਕ ਅਰਲੀ ਟੀਨ ਏਜ ਦੇ ਵਿੱਚ ਬੱਚਾ ਜਿਮ ਜਾਣਾ ਸ਼ੁਰੂ ਕਰੇਗਾ, ਤੇ 2-4 ਮਹੀਨਿਆਂ ਤੋਂ ਬਾਅਦ ਉੱਥੇ ਕੋਈ ਇਹੋ ਜਿਹੀ ਕੋਈ ਮਤਲਬ ਇਨਫੋਰਮੇਸ਼ਨ ਮਿਲ ਜਾਏ, ਗਾਈਡ ਮਿਲ ਜਾਏਗਾ, ਤੂੰ ਐਵੇਂ ਦੇ ਪ੍ਰੋਟੀਨ ਸ਼ੇਕ ਪੀਣੇ ਸ਼ੁਰੂ ਕਰ ਦੇ। ਕਿੰਨੀਆਂ ਇਸ ਕਿਸਮ ਦੀਆਂ ਡੈਥਸ ਯੰਗ ਏਜ ਤੁਸੀਂ ਦੇਖੀਆਂ, ਬੱਚੇ ਮੈਂ ਖੁਦ ਦੇਖੇ, ਕਿਸੇ ਪਹੁੰਚਣਾ ਕਿਤੇ ਸੀ, ਪਹੁੰਚ ਕਿਤੇ ਗਏ, ਪ੍ਰੋਪਰ ਇਨਫੋਰਮੇਸ਼ਨ ਨਹੀਂ, ਪ੍ਰੋਪਰ ਗਾਈਡੈਂਸ ਨਹੀਂ, ਇਹ ਸਭ ਚੀਜ਼ਾਂ ਨਹੀਂ। ਤੇ ਉਹ ਜਿਹੜਾ ਸੁਹੱਪਣ ਦਾ ਉਹ ਰੰਗ ਮਾਨਣਾ ਚਾਹੁੰਦੇ, ਉਹ ਸਾਰੇ ਦੇ ਵਿੱਚੋਂ ਜਾਣਾ ਕਿਤੇ ਹੋਰ ਸੀ, ਪਹੁੰਚ ਕਿਤੇ ਹੋਰ ਗਏ। ਭਈ ਇਹ ਹੈ, ਇਸ ਸਾਰੇ ਦੇ ਪ੍ਰਤੀ ਸਮਾਜ ਅਵੇਅਰ ਹੋਏ। ਬਾਕੀ ਗੱਲ ਰਹੀ ਨੱਚਣ ਦੀ, ਗਾਉਣ ਦੀ, ਟੱਪਣ ਦੀ, ਇਹ ਸਮਾਜ ਵਿੱਚ ਰਿਹਾ, ਹਮੇਸ਼ਾ ਤੋਂ ਰਿਹਾ, ਸਾਡੇ ਕਲਚਰ ਦੇ ਵਿੱਚ ਵੀ ਰਿਹਾ। ਪਰ ਜਦੋਂ ਅਸੀਂ ਗੁਰਮਤਿ ਆਸ਼ੇ ਨੂੰ ਦੇਖਦੇ ਹਾਂ, ਤੇ ਗੁਰਮਤਿ ਆਸ਼ੇ ਦੇ ਵਿੱਚ ਇਹ ਹੈ ਕਿ ਜਿਵੇਂ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਕਈ ਵਾਰੀ ਪੜ੍ਹੀ ਹੈ ਨਾ ਅਸੀਂ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਜਿਨ੍ਹਾਂ ਨੇ ਕੁਝ ਵੱਡੇ ਕਰਨ ਦੀ ਠਾਨੀ ਹੋਏ ਨਾ, ਉਹ ਫਿਰ ਆਲੇ ਦੁਆਲੇ ਝਾਕਦੇ ਵੀ ਨਹੀਂ ਗਏ। ਜਿਨ੍ਹਾਂ ਨੇ ਏਡੀ ਵੱਡੀ ਨਿਜ਼ਾਮਤ ਨਾਲ ਮੱਥਾ ਲਾਇਆ, ਕਿਆ ਇਸ ਮੁਗਲਿਆ ਹਕੂਮਤ ਨੂੰ, ਇਸ 600-700 ਸਾਲ ਦੀ ਸਲਤਨਤ ਨੂੰ, ਇਸ ਪੂਰੇ ਦੇ ਪੂਰੇ ਜਿਹੜਾ ਫਿਊਡਲ ਸਿਸਟਮ ਸੀਗਾ, ਇਹਨੂੰ ਜੜੋਂ ਪੱਟ ਕੇ ਰੱਖ ਦੇਣਾ ਆ। ਉਹਨਾਂ ਕੋਲ ਕਿੱਥੇ ਆਰਾਮ ਢੋਲ ਦੀਆਂ ਤਾਬਾਂ ਦੇ ਉੱਤੇ ਥਿੜਕਣ ਦਾ, ਉਹਨਾਂ ਕੋਲ ਕਿੱਥੇ ਆਰਾਮ ਇਸ ਕਿਸਮ ਦੀਆਂ ਗੀਤ ਨਾਦਾਂ ਦੇ ਵਿੱਚ ਜਿਹੜਾ ਹੈਗਾ ਆਪਣੇ ਆਪ ਨੂੰ ਗਲਤਾਨ ਕਰਨ ਦਾ। ਹਾਂ, ਹਾਲਾਂਕਿ ਇਸ ਚੀਜ਼ ਤੋਂ ਗੁਰੂ ਸਾਹਿਬ ਮੁਨਕਰ ਨਾ ਹੋਏ ਕਿ ਬੰਦੇ ਦੀ ਸੈਲਫ ਇੰਪਰੂਵਮੈਂਟ ਵਾਸਤੇ ਕੋਮਲ ਕਲਾਵਾਂ ਜ਼ਰੂਰੀ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ 52 ਕਵੀ ਸੀਗੇ, ਵੱਡੇ ਵੱਡੇ ਕਵੀ ਦਰਬਾਰ ਲੱਗਦੇ, ਗੀਤਕਾਰੀਆਂ ਹੁੰਦੀਆਂ ਉੱਥੇ, ਇਹ ਸਭ ਚੀਜ਼ਾਂ ਰਹੀਆਂ। ਗੁਰੂ ਸਾਹਿਬ ਨੇ ਦੁਨੀਆ ਦੇ ਉਮਦਾ ਤੋਂ ਉਮਦਾ ਗੰਧਰਵ ਗਵਈਏ ਆਪਣੇ ਕੋਲ ਰੱਖੇ। ਅਸੀਂ ਭਾਈ ਮਰਦਾਨਾ ਜੀ ਦੀ ਬਾਤ ਸੁਣਦੇ ਹਾਂ, ਸੱਤਾ ਤੇ ਬਲਵੰਤ ਡੂਮ ਜੀ ਦੀ ਰਚੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਨੱਥਾ ਅਬਦੁੱਲਾ ਢੱਡ ਕਿਆ ਗਾਉਂਦੇ ਸੀਗੇ, ਜਿਹੜੀਆਂ ਚੀਜ਼ਾਂ ਗਾਈਆਂ ਕਮਾਲ ਹੈ। ਸੋ ਇਹ ਹੈ, ਇਹ ਚੀਜ਼ਾਂ ਰਹੀਆਂ, ਪਰ ਉਸ ਤਰੀਕੇ ਦੇ ਨਾਲ ਜਿਵੇਂ ਸਮਾਜ ਵਿੱਚ ਮੈਂ ਬਿਆਨ ਕਰ ਰਿਹਾ ਸੀਗਾ ਕਿ ਜਦੋਂ ਇੱਕ ਵੱਡੇ ਕਾਰਜ ਨੂੰ ਉਹਨਾਂ ਨੇ ਵਿੱਢਿਆ ਹੈ, ਫਿਰ ਸਾਰੀ એનર્ਜੀ ਉਸੇ ਪਾਸੇ ਲਗਾ ਦਿੱਤੀ। ਜਦੋਂ ਕੁਝ ਵਕਤ ਤਬਦੀਲ ਹੋਇਆ, ਸਿੱਖ ਰਜ਼ੀਮ ਜਿਹੜਾ ਹੈਗਾ ਪਾਵਰ ਵਿੱਚ ਆਇਆ, ਭਾਵੇਂ ਮਿਸਲਾਂ ਦੇ ਦੌਰ ਦੇ ਵਿੱਚ ਤੇ ਭਾਵੇਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਹਾਲਾਤ ਬਦਲਣ ਲੱਗੇ। ਅਨਫੋਰਚੂਨੇਟਲੀ ਸਾਨੂੰ ਦੁਬਾਰਾ ਫਿਰ ਇੱਕ ਵੱਡਾ ਚੈਲੰਜ ਆ ਗਿਆ। ਦੁਨੀਆ ਦੀ ਸਭ ਤੋਂ ਤਗੜੀ ਜਿਹੜੀ ਐਮਪਾਇਰ ਸੀਗੀ, ਸਭ ਤੋਂ ਤਾਕਤਵਰ ਜਿਹੜੀ ਸਮਰਾਜਵਾਦੀ ਸ਼ਕਤੀ ਸੀਗੀ, ਉਹ ਸਾਡੀਆਂ ਬਰੂਹਾਂ ਤੇ ਆ ਕੇ ਖੜ ਗਏ। ਹੁਣ ਉਹਦੇ ਨਾਲ ਦਸਤ ਪੰਜਾ ਹੋਣਾ ਹੈ। ਉਹਦੇ ਵਿੱਚ ਵੀ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਮਹਾਰਾਜਾ ਰਣਜੀਤ ਸਿੰਘ ਕਿਸੇ ਪਾਸੇ ਹੋਰ ਸੋਚਦਾ, ਫੁਲਕੀਆਂ ਰਿਆਸਤਾਂ ਸਾਰੀਆਂ ਉਹਨਾਂ ਦੀ ਝੋਲੀ 'ਚ ਜਾ ਕੇ ਬੈਠ ਗਈਆਂ, ਸਮਾਂ ਹੀ ਨਹੀਂ ਬਚਿਆ। ਉਹ ਕੀ ਕਰ ਸਕਦਾ ਸੀ? ਅੱਧੇ ਪੰਜਾਬ ਵਿੱਚ ਤਾਂ ਆਲਰੇਡੀ ਸਤਲੁਜ ਦਰਿਆ ਦੇ ਉਰਲੇ ਪਾਸੇ ਤੇ ਆ ਕੇ ਬੈਠੇ ਸੀਗੇ।
1809 ਦੀ ਜਿਹੜੀ ਟ੍ਰੀਟੀ ਹੁੰਦੀ ਹੈ ਉਹ ਸਤਲੁਜ ਦਰਿਆ ਦੇ ਉਰਲੇ ਪਾਸੇ ਤੋਂ ਆ ਗਏ ਨੇ। ਜਿਹੜਾ ਅੱਜ ਦਾ ਪੰਜਾਬ ਸਾਡੇ ਕੋਲ ਆ, ਦੈਟ ਵਾਜ਼ ਰੂਲਡ ਬਾਏ ਬ੍ਰਿਟਿਸ਼ ਆਲਰੇਡੀ। ਸੋ ਇਹ ਚੀਜ਼ਾਂ ਤਾਂ ਉੱਥੇ ਆਲਰੇਡੀ ਮੌਜੂਦ ਸੀਗੀਆਂ। ਸੋ ਇੱਕ ਵੱਡੇ ਚੈਲੰਜਸ ਵਿੱਚੋਂ ਲੰਘਣਾ ਪਿਆ। ਜਿੰਨੀ ਦੇਰ ਤੱਕ ਦੁਬਾਰਾ ਕੁਦੇ ਪੰਜਾਬ ਦੀ ਫਿਜ਼ਾਂ ਦੇ ਵਿੱਚ ਦੁਬਾਰਾ ਉਸ ਕਲਚਰਲ ਪੱਖ ਨੂੰ ਛੂਹਣ ਦੀ ਬਾਤ ਆਈ, ਉਨੀ ਦੇਰ ਤੱਕ ਫਿਰ ਜਿਹੜੇ ਬਸਤੀਵਾਦੀ, ਜਿਹਨੂੰ ਕਹਿ ਲਓ ਕਿ ਕਲੋਨੀਅਲ ਇੰਟਰਸਟ ਸੀਗੇ, ਉਹ ਬੜਾ ਜ਼ੋਰ ਫੜ ਚੁੱਕੇ ਸੀ। ਇੱਕ ਤਰ੍ਹਾਂ ਦੀ ਮੰਡੀ ਬਣ ਚੁੱਕੀ ਸੀ। ਜਿਹੜੇ ਅਸੀਂ ਕਈ ਵਾਰੀ ਧਨੀ ਰਾਮ ਚਾਤ੍ਰਿਕ ਦੇ ਗੀਤ ਸੁਣਦੇ ਆ ਨਾ, ਕਿ ਤੂੜੀ ਤੰਦ ਸਾਂ ਬਹਾੜੀ ਵਿੱਚ ਵੱਟ ਕੇ। ਲਾਲਾ ਜੀ ਅਸਲ ਦੇ ਵਿੱਚ, ਲਾਲਾ ਧਨੀ ਰਾਮ ਚਾਤ੍ਰਿਕ ਬਹੁਤ ਉਮਦਾ ਪੋਇਟ ਨੇ। ਮੈਂ ਉਹਨਾਂ ਨੂੰ ਬੜਾ ਡੀਪਲੀ ਪੜ੍ਹਿਆ, ਬੜਾ ਸਮਝਣ ਦੀ ਯਤਨ ਵੀ ਕੀਤਾ। ਪਰ ਉਹ ਲਾਲਾ ਜੀ ਐਕਚੁਅਲ ਲੈਵਲ 'ਤੇ ਉਸ ਬਸਤੀਵਾਦ ਸਮਾਜ ਦੇ ਵਿੱਚੋਂ ਇੱਕ ਰੂਪ ਨੂੰ ਪ੍ਰੈਜ਼ੈਂਟ ਕਰਦੇ, ਜਿਹੜੀ ਉਹ ਚੀਜ਼ ਆ ਕਿ ਤੂੜੀ ਤੰਦ ਸਾਂ ਬਹਾੜੀ ਵਿੱਚ ਵੱਟ ਕੇ, ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਉਹ ਜਿਹੜੇ ਦਮਾਮੇ ਮਾਰਨੇ ਤੋਂ ਮੇਲਿਆਂ 'ਚ ਜਾਣਾ, ਇਹ ਫਿਰ ਇੱਕ ਨਵਾਂ ਕਲਚਰ ਬਿਲਟ ਹੋਇਆ। ਆਪ ਦੇਖੋ ਜਿਹੜੀ ਸਿੰਘ ਸਭਾ ਮੂਵਮੈਂਟ ਪੈਦਾ ਹੁੰਦੀ ਹੈ, ਤਰਨ ਤਾਰਨ ਵਿਖੇ ਵੱਡਾ ਉਰਸ ਲੱਗਦਾ, ਧਾਰਮਿਕ ਸਥਾਨ ਆ, ਗੁਰਦੁਆਰੇ ਦੇ ਵਿੱਚ ਉੱਥੇ ਪ੍ਰੋਗਰਾਮ ਹੁੰਦਾ, ਅਤੇ ਬਾਹਰ ਵੱਡੀਆਂ ਦੁਕਾਨਾਂ ਲੱਗਦੀਆਂ, ਫੜੀਆਂ ਲੱਗਦੀਆਂ, ਸਾਰੀ ਆਲੇ ਦੁਆਲੇ ਤੋਂ ਲੋਕਾਈ ਇਕੱਠੀ ਹੁੰਦੀ, ਅਤੇ ਉੱਥੇ ਜੋ ਗੁੰਡਾ ਅਨਸਰ ਆ, ਅਨਮਤੀਆਂ ਕਰਦਾ, ਬੇਰੁਮਤੀਆਂ ਕਰਦਾ, ਇਹ ਸਾਰਿਆਂ ਨੂੰ ਵੇਖ ਕੇ ਸਿੱਖ ਹਿਰਦੇ ਵਲੂੰਦਰੇ ਜਾਂਦੇ। ਮਤਲਬ ਉਹਨਾਂ ਦਮਾਮਿਆਂ, ਉਹਨਾਂ ਮੇਲਿਆਂ ਦੇ ਮਗਰ ਜਿਹੜੀ ਸੋਚ ਸੀਗੀ, ਉਹ ਸੋਚ ਸਿੱਖੀ ਸੋਚ ਨਾਲ ਪੈਰਲਰ ਨਾ ਚੱਲੀ। ਅਤੇ ਫਿਰ ਸਿੰਘ ਸਭਾ ਮੂਵਮੈਂਟ ਵਿੱਚੋਂ ਜਿਹੜਾ ਇੱਕ ਵਿਚਾਰ ਨਿਕਲਿਆ, ਉਹ ਵਿਚਾਰ ਨਿਕਲਿਆ ਕਿ ਨੱਚਣ ਟੱਪਣ ਵਗੈਰਾ ਇਹ ਤਾਂ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ, ਛੱਡੋ ਬਾਹਰ ਇਸ ਰੂਪ ਦੇ ਵਿੱਚ। ਬਾਕੀ ਇਹ ਨਹੀਂ ਕਿ ਪੰਜਾਬ ਦੀ ਫਿਜ਼ਾਂ ਦੇ ਵਿੱਚ ਗਵਈਏ ਨਹੀਂ ਹੈਗੇ, ਨੱਚਣ ਵਾਲੇ ਨਹੀਂ ਹੈਗੇ, ਅੱਜ ਵੀ ਮੌਜੂਦ ਨੇ ਸਾਰੇ ਦੇ ਸਾਰੇ। ਅਤੇ ਸਾਡੇ ਇੱਕ ਅਜੀਬ ਤਰ੍ਹਾਂ ਦਾ ਕੌਨਫਲਿਕਟ ਵੀ ਚੱਲਦਾ ਵੀ ਇਹ ਹੈ ਠੀਕ ਕਿ ਨਹੀਂ ਹੈ। ਸਾਡੇ ਬਹੁਤ ਦਾਨਿਸ਼ਮੰਦ ਡਾਕਟਰ ਜਗਦੀਸ਼ ਸਿੰਘ ਬੜੇ ਕਮਾਲ ਦੇ ਸਕਾਲਰ ਬੰਦੇ ਨੇ, ਲਿਟਰੇਚਰ ਦੀ ਦੁਨੀਆ 'ਚ ਆਪਣੇ ਆਪ 'ਚ ਇੱਕ ਯੂਨੀਵਰਸਿਟੀ ਹੈ। ਅਤੇ ਉਹ ਬਿਆਨ ਕਰਦੇ ਹੁੰਦੇ ਕਈ ਵਾਰੀ, ਕਹਿੰਦੇ ਜਿਸ ਪੰਜਾਬੀ ਨੂੰ ਪ੍ਰੋਪਰਲੀ ਢੋਲ ਦੀ ਥਾਪ ਨਹੀਂ ਸੁਣਨੀ ਆਉਂਦੀ, ਉਹ ਕੀਰਤਨ ਦੀਆਂ ਪੜਤਾਲਾਂ ਕਿੱਥੋਂ ਸੁਣੇਗਾ ਅਤੇ ਕਿੱਥੋਂ ਸਮਝੇਗਾ। ਇਹ ਪੰਜਾਬੀ ਫਿਤਰਤ ਦਾ ਹਿੱਸਾ ਹੈਗਾ। ਸੋ ਇਹਨੂੰ ਇਸੇ ਰੂਪ ਵਿੱਚ ਐਕਸੈਪਟ ਕੀਤਾ ਜਾਏ। ਸਾਰੇ ਕਾਸੇ ਦਾ ਲੱਭੋ ਲਬਾਬ ਸ਼ਬਦ 'ਤੇ ਵਾਪਸ ਆ ਰਹੇ ਹਾਂ। ਜਿਹੜੀ ਇੱਥੇ ਬਾਤ ਹੋ ਰਹੀ ਹੈ, ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਨੱਚਣਾ ਪੈਰਾਂ ਦਾ ਨਹੀਂ ਹੁੰਦਾ ਇਕੱਲਿਆਂ। ਗੁਰੂ ਮਹਾਰਾਜ ਦੇ ਬਾਵਨ ਸ਼ਬਦਾਂ 'ਚ ਤੁਸੀਂ ਪੜ੍ਹਦੇ ਹੋ ਨਾ, ਸਾਹਿਬ ਕਹਿੰਦੇ ਕਿ ਬਿਨ ਕੰਠੈ ਕੈਸੇ ਗਾਵਨਹਾਰੀ, ਬਿਨ ਬਾਜੈ ਕੈਸੇ ਨ੍ਰਿਤਕਾਰੀ, ਜ਼ੀਨ ਬਿਨਾ ਕੈਸੇ ਬਜੈ ਰਬਾਬ, ਤੈਸੇ ਨਾਮ ਬਿਨਾ ਬਿਰਥੇ ਸਭ ਕਾਜ। ਮੈਟਾਫੋਰ ਸਿਰਜਿਆ ਗੁਰੂ ਸਾਹਿਬ ਨੇ। ਕਿਆ ਕੁਛ ਚੀਜ਼ਾਂ ਤੋਂ ਬਿਨਾਂ ਦੂਸਰੀ ਚੀਜ਼ ਸੋਭਦੀ ਨਹੀਂ ਗੀ। ਜਿਵੇਂ ਬਿਨ ਬਾਜੈ ਕੈਸੇ ਨ੍ਰਿਤਕਾਰੀ, ਵੱਡੇ ਤੋਂ ਵੱਡਾ ਨਚਾਰ ਹੋਏ, ਉਮਦਾ ਤੋਂ ਉਮਦਾ, ਚਲੋ ਅੰਗਰੇਜ਼ੀ ਦਾ ਵਰਡ ਯੂਜ਼ ਕਰਨੇ ਆ, ਜ਼ਿਆਦਾ ਸੋਹਣਾ ਲੱਗਦਾ ਡਾਂਸਰ। ਨਚਾਰ ਸਾਨੂੰ ਕਈ ਲੱਗਦਾ ਛੱਦ ਹੋ ਗਈ, ਇਹ ਕੀ ਕਹੀ ਜਾ ਰਿਹਾ। ਚਲੋ ਜਿਹੜਾ ਇੱਕ ਨਾਚਾ ਚਲਾ ਗਿਆ ਅਮਰੀਕਾ ਦੇ ਵਿੱਚ, ਬੜੀ ਵੱਡੀ ਸੈਲੈਬਰਿਟੀ ਸੀਗੀ, ਓਵਰਡੋਜ਼ ਹੋ ਕੇ, ਭਾਵੇਂ ਉਹ ਵੀ ਹੋਏ, ਜਿਹਦਾ ਸ਼ਾਇਦ ਹੀ ਕੋਈ ਸਰੀਰ ਦਾ ਮਸਲ ਜਿਹੜਾ ਥਿਰਕਦਾ ਨਹੀਂ ਸੀ ਹੁੰਦਾ, ਉਹ ਸਾਰਾ ਸਰੀਰ ਜਿਹੜਾ ਥਿਰਕਾ ਲੈਂਦਾ ਸੀਗਾ। ਪਰ ਉਸਦੇ ਵੀ ਥਿਰਕਣ ਲਈ ਉਹਨੂੰ ਵਾਜਿਆਂ ਦੀ ਆਵਾਜ਼ ਚਾਹੀਦੀ ਹੈ। ਉਹਨੂੰ ਜੇ ਤੁਸੀਂ ਰਿਦਮ ਨਹੀਂ ਦਿਓਗੇ, ਉਸ ਕਿਸਮ ਦੀਆਂ ਥਾਪਾਂ, ਉਸ ਕਿਸਮ ਦਾ ਮਿਊਜ਼ਿਕ ਨਹੀਂ ਦਿਓਗੇ, ਨਹੀਂ ਨੱਚ ਸਕੇਗਾ। ਬਿਨ ਬਾਜੈ ਕੈਸੇ ਨ੍ਰਿਤਕਾਰੀ, ਬਿਨ ਕੰਠੈ ਕੈਸੇ ਗਾਵਨਹਾਰੀ। ਵੱਡੇ ਤੋਂ ਵੱਡਾ ਕੋਈ ਸੰਗੀਤ ਦੀ ਜਾਣਕਾਰੀ ਰੱਖਣ ਵਾਲਾ ਬੰਦਾ ਹੋਏ, ਪਰ ਜੇ ਕੁਦਰਤ ਨੇ ਕੰਠ ਹੀ ਨਹੀਂ ਦਿੱਤਾ, ਨਹੀਂ ਗਾ ਸਕੇਗਾ। ਕਿਉਂਕਿ ਕੰਠ ਨਾਲ ਹੀ ਗਾਇਆ ਜਾਏਗਾ। ਸੋ ਗੁਰਮਤਿ ਦੇ 'ਚ ਇਹੋ ਜਿਹੇ ਮੈਟਾਫੋਰ ਵੀ ਆਏ ਇਸ ਰੂਪ ਦੇ ਵਿੱਚ। ਜਿਹੜਾ ਬਚਨ ਆਇਆ ਹੈ, ਬੰਦਾ ਪੈਰਾਂ ਨਾਲ ਨਹੀਂ ਇਕੱਲਾ ਨੱਚਦਾ, ਜਾਂ ਇਹ ਕਹਿ ਲਓ ਹੱਥਾਂ ਤੇ ਪੈਰਾਂ ਦੇ ਮੂਵ ਨਹੀਂ ਇਕੱਲੇ ਨੱਚਣ 'ਚ ਹੁੰਦੇ। ਅਸਲ ਦੇ ਵਿੱਚ ਪਹਿਲਾਂ ਬੰਦੇ ਦਾ ਚਿੱਤ ਨੱਚਦਾ ਹੈ। ਇਹ ਚੀਜ਼ਾਂ ਤੇ ਇਜ਼ਹਾਰ ਕਰਦੀਆਂ, ਉਹਦਾ ਡੈਮੋਸਟ੍ਰੇਸ਼ਨ ਆ। ਜਿੱਥੇ ਅੰਦਰ ਨਹੀਂ ਨੱਚਦਾ, ਉੱਥੇ ਬਾਹਰ ਨਹੀਂ ਨੱਚਿਆ ਜਾਂਦਾ। ਜੇ ਸੂਫੀਆਂ 'ਚ ਪੜ੍ਹੀਏ, ਮੌਲਾਨਾ ਰੂਮੀ ਨੂੰ ਦੇਖੋ, ਮੈਂ ਕਾਫੀ ਉਹਨੂੰ ਪੜ੍ਹਨ ਦਾ, ਸਮਝਣ ਦਾ ਯਤਨ ਕੀਤਾ।
ਬੜਾ ਵੱਡਾ ਸਕਾਲਰ ਆ। ਉਹਦਾ ਦੀਵਾਨ ਅੱਜ ਵੀ ਲੋਕੀ ਈਵਨ ਯੂਰਪ ਦੇ ਵਿੱਚ, ਨਾਰਥ ਅਮਰੀਕਾ 'ਚ ਕਮਲਿਆਂ ਵਾਂਗੂ ਲੋਕੀ ਪੜ੍ਹਦੇ, ਬੜੇ ਉਮਦਾ ਕਿਸਮ ਦੇ ਜਿਹੜਾ ਹੈਗਾ ਉਹ ਵਿਚਾਰ ਖਿਆਲ ਪ੍ਰੈਜ਼ੈਂਟ ਕਰਦਾ। ਪੂਰਾ ਇਸਲਾਮ ਜਾਂ ਇਸਲਾਮਿਕ ਸਕੂਲ ਆਫ ਥਾਟ ਜਿਹੜਾ ਆ ਉਹ ਵਾਜਿਆਂ ਦੇ, ਗਾਉਣ ਦੇ, ਨੱਚਣ ਟੱਪਣ ਦੇ ਖਿਲਾਫ ਖੜਾ ਆ। ਰੂਮੀ ਮਕਬੂਲ ਕਾਹਦੇ ਲਈ ਹੋਇਆ? ਝੂਮਰ, ਨੱਚਦਾ ਸੀਗਾ। ਇਸ ਤਰੀਕੇ ਦੇ ਨਾਲ ਉਹ ਗੋਲ ਗੋਲ ਘੁੰਮਦਾ ਹੁੰਦਾ ਸੀ, ਜਿੱਥੋਂ ਅਸਲ 'ਚ ਸੂਫੀਆਂ 'ਚ ਨੱਚਣ ਦੀ ਤਰਬੀਅਤ ਅੱਗੇ ਵਧੀ। ਹਾਲਾਂਕਿ ਬਾਅਦ ਵਾਲੇ ਨਾਚੇ ਉਹ ਕਿਤੇ ਹੋਰ ਪਹੁੰਚ ਗਏ। ਅਦਰਵਾਈਜ਼ ਜੇ ਤੁਸੀਂ ਰੂਮੀ ਨੂੰ ਦੇਖੋ ਤੇ ਰੂਮੀ ਮੌਬ, ਲੁਕਾਈ, ਵੱਡੇ ਹਿੱਸੇ ਨੂੰ ਐਡਰੈਸ ਕਰਕੇ ਉਹਨਾਂ ਤੱਕ ਜਿਹਨੂੰ ਕਹਿ ਲਓ ਧਰਮ, ਰੂਹਾਨੀਅਤ ਜਾਂ ਐਥਿਕਸ, ਇਹ ਪਹੁੰਚਾਉਂਦਾ। ਇਹ ਵੀ ਤਰੀਕਾ ਹੁੰਦਾ। ਮੈਂ ਆਪ ਸੰਗਤ ਕਾਫੀ ਵੱਡੇ ਹਿੱਸੇ 'ਚ ਬੈਠੇ ਉਸ ਰੂਪ ਦੇ ਵਿੱਚ ਕੋਵਿਡ-19 ਕਰਕੇ ਅਸੀਂ ਇੰਸਟਰਕਸ਼ਨਸ ਫੋਲੋ ਕਰ ਰਹੇ ਹਾਂ। ਪਰ ਜੇ ਆ ਮਾਈਕ ਬੰਦ ਹੋ ਜਾਏ, ਮਾਫੀ ਚਾਹਾਂਗਾ, ਮੈਂ ਸਿਰਫ ਆਪਣੀ ਆਵਾਜ਼ ਦੇ ਜ਼ੋਰ ਦੇ ਨਾਲ ਤੁਹਾਡੇ ਤੱਕ ਆਪਣੀ ਗੱਲ ਨਹੀਂ ਪਹੁੰਚਾ ਸਕਾਂਗਾ। ਥੋੜ੍ਹੀ ਦੇਰ 'ਚ ਮੇਰਾ ਗਲਾ ਬੈਠ ਜਾਏਗਾ। ਜਿੱਥੇ ਏਡੇ ਏਡੇ ਵੱਡੇ ਇਕੱਠ ਹੁੰਦੇ ਹੋਣਗੇ, ਆਪ ਗੁਰੂ ਸਾਹਿਬ ਦੇ ਸਮੇਂ ਨੂੰ ਦੇਖੋ, ਸਪੀਕਰ ਮਾਈਕ ਤੇ ਨਹੀਂ ਸੀ ਹੁੰਦੇ ਉਦੋਂ ਢਾਡੀ ਕਿਵੇਂ ਗਾਉਂਦੇ ਸੀ, ਉਦੋਂ ਗਵਈਏ ਕਿਵੇਂ ਗਾਉਂਦੇ ਸੀ। ਕਹਿੰਦੇ 80,000 ਦਾ ਇਕੱਠ ਸੀਗਾ, ਕਿਵੇਂ ਐਡਰੈਸ ਕੀਤਾ ਹੋਏਗਾ, ਕਿਹੜੀ ਆਵਾਜ਼ ਜਾਂਦੀ ਹੋਏਗਾ ਉਹਨਾਂ ਤੱਕ। we'll keep on talking all these things in coming in this ਦੀਵਾਨ, but ਜਿਹੜੀ ਮੈਂ ਮੌਲਿਕ ਰੂਪ ਵਿੱਚ ਬੇਨਤੀ ਕਰ ਰਿਹਾ ਸਿਰਫ ਉਹ ਤੇ ਐਮਫਸਾਈਜ਼ ਕੀਤਾ ਜਾਏ। ਜਦੋਂ ਮੌਬ ਨੂੰ ਐਡਰੈਸ ਕਰਨਾ, ਤੇ ਉਸ ਜ਼ਮਾਨੇ ਦੇ ਵਿੱਚ ਜਦੋਂ ਇਹੋ ਜਿਹੇ ਕੋਈ ਸਾਧਨ ਨਹੀਂ ਗਏ, ਰੂਮੀ ਨੇ ਕੀ ਕੀਤਾ? ਰੂਮੀ ਝੂਮਰ ਪਾਉਂਦਾ, ਨੱਚਦਾ ਇਸ ਤਰੀਕੇ ਨਾਲ। ਲੋਕੀ ਪੁੱਛਦੇ, ਹੱਦ ਹੋ ਗਈ, ਸਾਰਾ ਸਾਡਾ ਧਰਮ ਇਹ ਕਹਿੰਦਾ ਨੱਚਣਾ ਨਹੀਂ ਚਾਹੀਦਾ, ਤੂੰ ਨੱਚਦਾ ਆ। ਗੱਲ ਕੀ? ਉਹ ਕਹਿੰਦਾ ਨੱਚਦਾ ਨਹੀਂ, ਮੈਂ ਤੁਹਾਨੂੰ ਦੱਸਦਾ ਆ। ਕੀ ਦੱਸਦਾ ਆ ਤੂੰ? ਕਹਿੰਦਾ 2 ਹੱਥ ਨੇ, ਆਹ ਹੱਥ ਖੁਦਾ ਕੋਲੋਂ ਮੰਗਦਾ ਹੈ, ਖੁਦਾ ਦੇ ਮੈਨੂੰ। ਤੇ ਕਹਿੰਦਾ ਖੁਦਾ ਕਾਦਰ ਕਰੀਮ ਹੈ। ਕਰੀਮ ਦਾ ਮਤਲਬ ਦੇਣ ਵਾਲਾ, ਕਰਮ ਕਰਨ ਵਾਲਾ, ਨਵਾਜਣ ਵਾਲਾ। ਉਹ ਗਿਵਰ ਆ, ਦਾਤਾ ਆ ਨਾ, ਉਹ ਦੇਂਦਾ। ਜਦੋਂ ਦੇਂਦਾ ਤੇ ਬਹੁਤ ਦੇਂਦਾ, ਤੇ ਫਿਰ ਬੰਦੇ ਦੀ ਇੱਕ ਡਿਊਟੀ ਬਣਦੀ, ਜੇ ਮੈਨੂੰ ਦਾਤੇ ਨੇ ਦਿੱਤਾ ਤੇ ਮੈਂ ਦਾਤੇ ਦੇ ਦਿੱਤੇ ਨੂੰ ਵੰਡਾਂ। ਆਇਆ ਇੱਕ ਹੱਥ ਉਹਦੇ ਕੋਲ ਮੰਗ ਰਿਹਾ, ਦੂਸਰਾ ਵੰਡ ਰਿਹਾ। ਆ ਝੂਮਰ ਹੈ ਮੇਰਾ। ਹੁੰਦਾ ਕਿ ਬੰਦਾ ਦਾਤੇ ਕੋਲੋਂ ਤੇ ਮੰਗਦਾ, ਦੇਣ ਵਾਲੇ ਪਾਸੇ ਤੋਂ ਪਰਹੇਜ਼ਗਾਰ ਹੋ ਜਾਂਦਾ, ਚੱਕ ਲੈਂਦਾ। ਜਦੋਂ ਚੱਕ ਲੈਂਦਾ ਤਾਂ ਉੱਤੋਂ ਮਿਲੀ ਜਾਂਦਾ, ਤੇ ਉਹ ਸਾਂਭਣ ਵਾਸਤੇ ਇੱਕ ਹੱਥ ਐਨਫ ਨਾ ਹੁੰਦਾ, ਫਿਰ ਦੂਜਾ ਵੀ ਚੱਕ ਲੈਂਦਾ। ਫਿਰ ਇਸ ਰੂਪ ਦੇ ਵਿੱਚ ਉਹ ਨੱਚਦਾ ਨੱਚਦਾ ਫਿਰ ਐਵੇਂ ਹੋ ਜਾਂਦਾ। ਉਹ ਕਹਿੰਦਾ ਹੀ ਮਨੁੱਖ ਦੀ ਕਮੀ ਹੈ। ਐਕਚੁਅਲ ਲੈਵਲ ਤੇ ਇਹ ਸਿੱਖਿਆਤਮਕ ਪੱਖ ਸੀਗਾ। ਜਿਵੇਂ ਸਮਾਜਾਂ ਦੇ ਵਿੱਚ ਅਸੀਂ ਦੇਖਦੇ ਹਾਂ, ਇਹ ਬੜੀਆਂ ਕੋਮਲ ਕਲਾਵਾਂ ਨੇ, ਸਾਜ਼ ਵਜਾਉਣੇ, ਗਾਉਣਾ, ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਆਉਣਾ। ਪਰ ਇਹਦੇ ਨਾਲ ਸਮਾਜ ਦਾ ਭਲਾ ਹੋਏ, ਸਮਾਜ ਉਸਾਰੀ ਜਾਵੇ। ਜੇ ਸਮਾਜ ਨੂੰ ਨਿਗਾਰਨ ਵਾਲੇ ਪਾਸੇ ਲੈ ਕੇ ਜਾਏ, ਵੀ ਜਿਹੜਾ ਨੱਚਣਾ ਟੱਪਣਾ ਗਾਉਣਾ ਇਹੀ ਬਿਆਨ ਕਰੇ ਵੀ ਸ਼ਰਾਬ ਬਹੁਤ ਪੀਣੀ ਚਾਹੀਦੀ ਹੈ, ਨਸ਼ਾ ਪੀ ਕੇ ਜੇ 5-4 ਬੰਦੇ ਨਹੀਂ ਮਾਰੇ ਤੇ ਦੱਸੋ ਕੀ ਕੰਮ ਕੀਤਾ। ਜੇ ਬੁਰਛਾਗਰਦੀ ਨਾ ਕੀਤੀ, ਜੇ ਵੈਲੀ ਪੁਣਾ ਹੀ ਨਾ ਕੀਤਾ, ਤੇ ਫਿਰ ਕੀ ਫਾਇਦਾ? ਭਾਈ ਇਹੋ ਜਿਹੀ ਗੀਤਕਾਰੀ, ਇਹੋ ਜਿਹਾ ਸਭ ਕੁਝ, ਇਹਨੂੰ ਵਟ ਐਵਰ ਨੇਮ ਸਮਵਨ ਵਾਂਟਸ ਟੂ ਗਿਵ, that person can give it, but don't say it's a culture or ਸੱਭਿਆਚਾਰ। ਨਾ ਨਾ ਨਾ, ਇਹ ਤੇ ਅਸੱਭਿਅਕ ਬਿਰਤੀ ਹੈ। ਸਮਾਜ ਦਾ ਚਿਹਰਾ, ਜਿਵੇਂ ਸਾਡੇ ਸਾਰਿਆਂ ਦੇ ਚਿਹਰੇ ਨੇ, ਸਮਾਜ ਦਾ ਚਿਹਰਾ ਫੋਕਲੋਰ ਹੁੰਦਾ ਆ। ਸਮਾਜ ਨੂੰ ਪਹਿਚਾਨਣਾ ਹੋਵੇ ਤੇ ਫੋਕ ਤੋਂ ਪਹਿਚਾਨੋ, ਲੋਕ ਗੀਤ ਤੋਂ, ਲੋਕ ਨਾਚਾਂ ਤੋਂ, ਲੋਕ ਰਹਿਣ ਸਹਿਣ ਤੋਂ। ਇਹ ਬੜੀ ਵੱਡੀ ਚੀਜ਼ ਆ। ਜਿਹੜਾ ਲੋਕ ਆਵਰਣ ਆ ਦੱਸਦਾ ਸੁਸਾਇਟੀ ਕਿੱਥੇ ਖੜੀ ਆ, ਸਮਾਜ ਕਿੱਥੇ ਖੜਾ ਆ। ਜੇ ਉਹਦੇ 'ਚ ਇਸ ਕਿਸਮ ਦੀ ਬਾਤ ਆ, ਆਪਾਂ ਦੇਖਦੇ ਹਾਂ ਕਈ ਵਾਰੀ ਸਾਡੇ, I will wind up here, ਸਮਾਂ ਹੋ ਗਿਆ। We are struggling in 2 different school of thoughts, and both are in our culture. One is coming culture of land, the land of 5 river, Punjabi culture, and culture of thought, Sikhi culture, ਦੋਨਾਂ। ਕਈ ਵਾਰੀ ਕੀ ਹੁੰਦਾ, ਕਲਚਰ ਆਫ ਲੈਂਡ, ਉਹਦੇ 'ਚ ਅਕਸਰ ਇਹ ਬਿਆਨ ਕੀਤਾ ਜਾਂਦਾ ਕਿ ਜੇ ਕਰੇ ਆਪਣਾ ਪੰਜਾਬ ਹੈ
तो फिर शराब भी घर दी होनी चाहिए है, तो फिर दैट काइंड ऑफ थिंग। कल्चर ऑफ लैंड, नशा करना तो बड़ी चंगी गल है। कल्चर ऑफ थॉट, नशा जित पीता है मत दूर होए, बरल पवै विच आए। ਇਹੋ जी चीज़ ਜਿਹੜੀ ਹੋਠਾਂ ਨੂੰ ਲੱਗੇ ਤੇ ਬੰਦੇ ਨੂੰ ਇੰਪੇਅਰਡ ਜਜਮੈਂਟ 'ਚ ਲੈ ਜੇ, ਉਹਨੂੰ ਤੇ ਝੂਠਾ ਮਦ ਮੂਲ ਨਾ ਪੀਚੇ ਹੀ, ਉਹਦੇ ਮੂਲੋਂ ਹੀ ਨਹੀਂ ਪੀਣਾ, ਮੂੰਹ ਹੀ ਨਹੀਂ ਲਾਣਾ। ਏਡੀ ਵੱਡੀ ਕੰਟਰਾਡਿਕਸ਼ਨ। ਇੱਕ ਪਾਸੇ ਕਿਆ ਪਿਆਲੀ ਤੋਂ ਬਿਨਾਂ ਤੇ ਮਤਲਬ ਬੰਦੇ ਦੀ ਜਿਹੜੀ ਵੈਲਿਊ ਕੋਈ ਨਹੀਂ, ਦੂਜੇ ਪਾਸੇ ਕਿਆ ਗਿਆ ਇਸ ਪਾਸੇ ਸਰਾਹ ਤੇ ਨਹੀਂ ਜਾਣਾ। ਇਹਨਾਂ ਦੋਨਾਂ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਫਰਕ, ਫਿਰ ਲੱਗਦਾ ਹੈ ਕਿ ਓਕੇ, ਲੋਕ ਕਹਿੰਦੇ ਨਹੀਂ ਫਿਰ ਇਹ ਬਹੁਤਾ ਸਿੱਖੀ ਦੀਆਂ ਗੱਲਾਂ ਕਰਨ ਵਾਲੇ ਕਲਚਰ ਦੇ ਖਿਲਾਫ। ਕਲਚਰ ਦੇ ਖਿਲਾਫ ਨਹੀਂ ਗਏ, ਕਲਚਰ 'ਚ ਆਈਆਂ ਉਹਨਾਂ ਖਾਮੀਆਂ ਦੇ ਖਿਲਾਫ ਨੇ ਜਿਨ੍ਹਾਂ ਨੇ ਮਨੁੱਖ ਨੂੰ ਇਨਹਿਊਮਨ ਲੈ ਆਂਦਾ, ਲੋਅਰ ਲੈਵਲ ਤੇ ਲੈ ਆਂਦਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਨਾ ਉਹਨਾਂ ਸੋਹਣਿਆਂ ਤੋਂ। ਇਹ ਸੋਹਣੇ ਸਿਰਫ ਚਿਹਰੇ ਨਹੀਂ ਹੈਗੇ, ਇਹ ਸੋਹਣੇ ਉਹ ਰਹਿਣ ਸਹਿਣ ਦੇ ਢੰਗ ਤਰੀਕੇ ਸਲੀਕੇ ਅਪਣਾਉਣ ਵਾਲੇ ਲੋਕ ਨੇ। ਉਸ ਗਲੋਰੀ ਦੀ ਗੱਲ ਹੋ ਰਹੀ ਹੈ। ਕਿਆ ਗੁਰਮੁਖ ਗਾਵੈ ਜਿਹਦਾ ਗਾਉਣਾ ਗੁਰੂ ਵੱਲ ਮੂੰਹ ਕਰਕੇ ਹੋਏ, ਗੁਰਮੁਖ ਨਾਚੈ ਜਿਹਦਾ ਨੱਚਣਾ ਗੁਰੂ ਵੱਲ ਮੂੰਹ ਕਰਕੇ ਹੋਏ। ਹਰ ਸੇਤੀ ਚਿਤ ਲਾਵਣਿਆ ਜਿਹਦੇ ਚਿੱਤ ਵਿੱਚ ਹਰ ਵਕਤ ਹਰੀ ਤੜਕੇ, ਜਿਹਦੇ 'ਚ ਹਰ ਵਕਤ ਰੱਬ ਤੇ ਰੱਬ ਦਾ ਭੈ ਤੇ ਉਹਦੀ ਨਿਜ਼ਾਮਤ 'ਚ ਰਹਿਣ ਦੀ ਖਾਹਿਸ਼ ਹੋਏ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਵਾਕਿਆਂ 'ਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇਸ ਸ਼ਬਦ ਦਾ ਰਹਾਉ ਦਾ ਪਤਾ ਸੀਗਾ। ਰੈਸਟ ਆਫ ਸ਼ਬਦ ਵਿਲ ਟਰਾਈ ਟੂ ਡਿਸਕਸ ਟੁਮਾਰੋ ਐਜ਼ ਵਾਹਿਗੁਰੂ ਵਿਲ ਪਰਮਿਟ ਅਸ ਟਾਈਮ। ਨਾਓ ਦਾ ਟਾਈਮ ਇਜ਼ ਓਵਰ। ਸੋ ਭਾਈ ਸਾਹਿਬ ਇਜ਼ ਗੋਇੰਗ ਟੂ ਜਿਹੜਾ ਹੈਗਾ ਉਹ ਕਨਕਲੂਜਿੰਗ ਦੀ ਅਰਦਾਸ ਕਰਨਗੇ, ਉਹ ਸਾਰੇ ਦੀਵਾਨ ਨੂੰ ਕਨਕਲੂਡ ਕਰਨਗੇ। ਮੈਂ ਤੁਹਾਡੇ ਤੋਂ ਇੱਥੇ ਇਜਾਜ਼ਤ ਚਾਹਾਂਗਾ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।